ਬਿਨ ਗੁਰ ਭਰਮੈ ਆਵੈ ਜਾਏ, ਬਿਨ ਗੁਰ ਘਾਲ ਨ ਪਵਈ ਥਾਏ। ਬਿਨ ਗੁਰ ਮਨੁਆ ਅਤ ਡੋਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਿਸਿਰ ਡਸੈ ਮਰਵਾਟ, ਨਾਨਕ ਗੁਰ ਬਿਨ ਘਾਟੇ ਘਾਟ। ਸਤਿਗੁਰ ਜੀ ਮਨਮਤੀਏ ਲੋਕਾਂ ਦੀ ਗੱਲ ਦੱਸ ਰਹੇ ਹਨ ਕਿ ਜਿਨ੍ਹਾਂ ਦੀਆਂ ਮੱਤਾਂ ਗਿਆਨ ਪ੍ਰਾਪਤ ਕਰਾ ਦੇਣ ਦੇ ਸਮਰੱਥ ਨਹੀਂ ਹੈ। ਸਤਿਗੁਰ ਜੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਨ, ਉਹਨਾਂ ਦੇ ਅੰਦਰੋਂ ਭਰਮ ਦਾ ਨਾਸ ਨਹੀਂ ਹੋਇਆ ਕਰਦਾ। ਇਸ ਲਈ ਉਹਨਾਂ ਦੇ ਅੰਦਰ ਮੌਜੂਦ ਭਰਮ ਹੀ ਉਹਨਾਂ ਲੋਕਾਂ ਦੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿਣ ਦਾ ਕਾਰਨ ਬਣਿਆ ਰਹਿੰਦਾ ਹੈ। ਭਾਵ ਉਹਨਾਂ ਦੀਆਂ ਮੱਤਾਂ ਵਿੱਚ ਗਿਆਨ ਤਾਂ ਹੁੰਦਾ ਹੈ, ਪਰ ਉਹ ਬ੍ਰਹਮ ਗਿਆਨ ਤੋਂ ਨੀਵੀਂ ਪੱਧਰ ਦਾ ਹੋਣ ਕਰਕੇ ਭਰਮ ਦਾ ਨਾਸ ਨਹੀਂ ਕਰ ਸਕਦਾ, ਸਗੋਂ ਉਹ ਤਾਂ ਉਹਨਾਂ ਲੋਕਾਂ ਨੂੰ ਭਰਮ ਗਿਆਨੀ ਬਣਾ ਦਿੰਦਾ ਹੈ। ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਆਪਣੇ ਗਿਆਨ ਦੀਆਂ ਕਮੀਆਂ ਬਾਰੇ ਪਤਾ ਨਾ ਹੋਣ ਕਰਕੇ ਆਪਣੇ ਇਸ ਗਿਆਨ ਨੂੰ ਹੀ ਬ੍ਰਹਮ ਗਿਆਨ ਮੰਨ ਲੈਣ ਦਾ ਭਰਮ ਹੋ ਜਾਂਦਾ ਹੈ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਬਿਨ ਨਾਵੈ ਪਾਜ ਲਹਿਗ ਨਿਧਾਨ, ਆਪ ਨ ਬੂਝੇ ਲੋਕ ਬੁਝਾਵੈ। ਮਨ ਕਾ ਅੰਧਾ ਅੰਧ ਕਮਾਵੈ, ਦਰ ਕਰ ਮਹਿਲ ਠੌਰ ਕੈਸੇ ਪਾਵੇ। ਹਰ ਜਿਉ ਸੇਵੀਏ ਅੰਤਰ ਜਾਮੀ, ਘਟ ਘਟ ਅੰਤਰੀ ਜਿਸਕੀ ਜੋਤ ਸਮਾਨੀ। ਤਿਸ ਨਾਲ ਕਿਆ ਚੱਲੇ ਪਹਿਨਾਮੀ, ਗੁਰਮਤਿ ਮਾਨਿਆ ਕਰਨੀ ਸਾਰ। ਗੁਰਮਤਿ ਮਾਨਿਆ ਮੋਖ ਦੁਆਰ, ਨਾਨਕ ਗੁਰਮਤਿ ਮਾਨੀਐ ਪਰਵਾਰੈ ਸਾਧਾਰ। ਸਤਿਗੁਰ ਅਮਰਦਾਸ ਜੀ ਜਿਹੜੇ ਪਹਿਲਾਂ ਖੁਦ ਕਾਸ਼ੀ ਮੱਤ ਦੇ ਧਾਰਨੀ ਸਨ, ਇਸ ਮੱਤ ਦੇ ਪੂਰਨ ਗਿਆਤਾ ਹਨ। ਜਦੋਂ ਉਹਨਾਂ ਨੇ ਇਹ ਸਮਝ ਲਿਆ ਕਿ ਕਾਸ਼ੀ ਮੱਤ ਪਾਰਦਰਸ਼ੀ ਨਹੀਂ ਹੈ, ਤਦ ਉਹਨਾਂ ਦੇ ਅੰਦਰ ਪਾਰਦਰਸ਼ੀ ਮੱਤ ਪ੍ਰਾਪਤ ਕਰ ਲੈਣ ਦੀ ਵਿਆਕੁਲਤਾ ਵੱਧ ਗਈ। ਉਹ ਸੰਸਾਰੀ ਮੱਤਾਂ ਦੇ ਗਿਆਨ ਨੂੰ ਕਊਆ, ਕਾਲਾ ਗਿਆਨ, ਭਰਮ ਗਿਆਨ ਮੰਨ ਕੇ ਐਸਾ ਗਿਆਨ ਕਰਨ ਵਾਲੇ ਨੂੰ ਚੁੰਚ ਗਿਆਨੀ ਆਖਦੇ ਹਨ। ਇੱਥੇ ਹੁਣ ਇੱਕ ਗੱਲ ਹੋਰ ਸਮਝਣ ਦੀ ਲੋੜ ਹੈ। ਗਿਆਨ ਜਿੰਨਾ ਚਿਰ ਮਨ ਨੂੰ ਪੂਰੀ ਤਰ੍ਹਾਂ ਨਾਲ ਮਾਰ ਨਾ ਦੇਵੇ ਜਾਂ ਪੂਰੀ ਤਰ੍ਹਾਂ ਨਾਲ ਮਨ ਦਾ ਸੁਭਾਅ ਬਦਲ ਨਾ ਦੇਵੇ, ਉਨਾ ਚਿਰ ਗਿਆਨ ਮਨ ਅੰਦਰ ਸ਼ੁੱਧੀ ਨਹੀਂ ਕਰ ਸਕਦਾ। ਇਹ ਗਿਆਨ ਮਨ ਦੇ ਬਾਹਰ ਹੀ ਜੁੜਿਆ ਰਹਿੰਦਾ ਹੈ, ਕਿਉਂਕਿ ਮਨ ਅੰਦਰਲੇ ਸ਼ੁੱਧ ਗਿਆਨ ਨੇ ਇਸ ਬਾਹਰੀ ਗਿਆਨ ਦੀ ਸ਼ੁੱਧੀ ਨੂੰ ਪ੍ਰਵਾਨ ਨਹੀਂ ਕੀਤਾ ਹੁੰਦਾ ਹੈ। ਮਨ ਦੁਚਿੱਤੀ ਵਿੱਚ ਫਸਿਆ ਰਹਿੰਦਾ ਹੈ, ਜਾਂ ਇਉਂ ਕਹਿ ਲਓ ਕਿ ਇਸ ਗਿਆਨ ਰੂਪੀ ਬਾਣ ਦੀ ਮੁਖੀ ਅਜੇ ਮਨ ਦੀ ਭਰਮ ਰੂਪੀ ਕਵਚ ਨੂੰ ਪਾਰ ਕਰਕੇ ਮਨ ਨੂੰ ਵਿੰਨ ਨਹੀਂ ਸਕੀ ਹੁੰਦੀ। ਇਸੇ ਲਈ ਇਹ ਸਾਰੇ ਹੀ ਗਿਆਨ ਭਰਮ ਗਿਆਨ ਅਤੇ ਇਹਨਾਂ ਦੇ ਧਾਰਨੀਆਂ ਨੂੰ ਭਰਮ ਗਿਆਨੀ, ਚੁੰਚ ਗਿਆਨੀ ਗੁਰਬਾਣੀ ਆਖਦੀ ਹੈ। ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਨੂੰ ਸੱਚ ਮੰਨਿਆ ਹੈ। ਦੁਨੀਆ ਦਾ ਹਰ ਕੋਈ ਆਦਮੀ ਸੱਚ ਨੂੰ ਚੰਗਾ ਮੰਨ ਕੇ ਪਿਆਰ ਕਰਦਾ ਹੈ। ਹਰ ਕੋਈ ਸੱਚ ਨੂੰ ਢੂੰਡਦਾ ਹੈ। ਸੰਸਾਰ ਵਿੱਚ ਸਾਰੀ ਬਹਿਸ ਦਾ ਵਿਸ਼ਾ ਸੱਚ ਦੀ ਤਲਾਸ਼ ਬਣਿਆ ਰਹਿੰਦਾ ਹੈ। ਸੱਚ ਅਨੁਸਾਰੀ ਬੁੱਧੀ ਦੀ ਪਕੜ ਅੱਗੇ ਤੋਂ ਅੱਗੇ ਹੋਰ ਵੱਧਦੀ ਜਾਂਦੀ ਹੈ, ਜਿਸ ਦਾ ਕਾਰਨ ਇਹ ਹੈ ਕਿ ਆਦਮੀ ਨੇ ਸੱਚ ਨੂੰ ਮਾਇਆ ਦੇ ਚਸ਼ਮੇ ਲਗਾ ਕੇ ਦੇਖ ਲੈਣ ਦੀ ਗਲਤੀ ਕੀਤੀ ਹੋਈ ਹੈ। ਮਾਇਆ ਦੀ ਐਨਕ ਦਾ ਸ਼ੀਸ਼ਾ ਤਾਂ ਸੱਚ ਨੂੰ ਢੱਕਣ ਵਾਸਤੇ ਹੀ ਪੈਦਾ ਕੀਤਾ ਗਿਆ ਹੈ। ਇਸ ਸ਼ੀਸ਼ੇ ਦੇ ਪਿੱਛੇ ਤਾਂ ਝੂਠੀ ਮਾਇਆ ਸਾਜ ਕੇ ਸੱਚ ਨੇ ਛੁਪ ਜਾਣ ਦੀ ਠਗੌਰੀ ਰਚੀ ਹੈ। ਇਸੇ ਲਈ ਸੱਚ ਨੂੰ ਦੇਖਣ ਲਈ ਇਸ ਮਾਇਆ ਦੀ ਐਨਕ ਉਤਾਰ ਦੇਣ ਦੀ ਗੱਲ ਗੁਰਮਤਿ ਵਿੱਚ ਪਰਮੇਸ਼ਰ ਨੇ ਆਪ ਲਿਖਾਈ ਹੈ। ਜਿਵ ਫਰਮਾਏ ਤਿਵ ਤਿਵ ਪਾਹੇ। ਤਾਂ ਹੁਣ ਇਹ ਸਮਝ ਲੈਣਾ ਚਾਹੀਦਾ ਕਿ ਬਾਕੀ ਦੀਆਂ ਸਭ ਬਜ਼ਾਰੀ ਮੱਤਾਂ ਸੱਚ ਨੂੰ ਕਿਵੇਂ ਜਾਣ ਸਕਦੀਆਂ ਹਨ, ਸੱਚਾਈ ਤੱਕ ਕਿਵੇਂ ਪਹੁੰਚ ਸਕਦੀਆਂ ਹਨ। ਇਹ ਤਾਂ ਸਾਰੀਆਂ ਹੀ ਗੁਰਮਤਿ ਦੇ ਤਰਕਾਂ ਅੱਗੇ ਛਾਨਣੀ ਹੋ ਜਾਂਦੀਆਂ ਨਜ਼ਰ ਆਉਂਦੀਆਂ ਹਨ। ਇਸੇ ਲਈ ਸਤਿਗੁਰ ਜੀ ਗਿਆਨ ਤੋਂ ਸੱਖਣੀਆਂ ਇਸ ਆਵਾਗਣ ਦੇ ਚੱਕਰ ਵਿੱਚ ਫਸੇ ਰਹਿਣ ਵਾਲੇ ਇਹਨਾਂ ਨੂੰ ਆਖਦੇ ਹਨ, ਕਿਉਂਕਿ ਗਿਆਨ ਤੋਂ ਬਿਨਾਂ ਕੀਤਾ ਹੋਇਆ ਕੋਈ ਵੀ ਕਰਮ ਜਾਂ ਜਪ ਤਪ ਨਿਸਫਲ ਵਿਅਰਥ ਹੀ ਹੁੰਦਾ ਹੈ। ਕੇਵਲ ਉਸੇ ਕੰਮ ਨੂੰ ਗੁਰਮਤਿ ਵਿੱਚ ਠੀਕ ਮੰਨਿਆ ਗਿਆ ਹੈ, ਜਿਸ ਕਾਰਨ ਨਾਲ ਗੁਰਮਤਿ ਦੀ ਸੋਝੀ ਹੁੰਦੀ ਹੈ। ਗਿਆਨ ਤੋਂ ਬਗੈਰ ਕੀਤਾ ਹੋਇਆ ਕੋਈ ਵੀ ਕੰਮ ਦਰਗਾਹ ਵਿੱਚ ਪ੍ਰਵਾਨ ਨਹੀਂ ਹੈ। ਕੋਈ ਵੀ ਪੁੰਨ ਦਾਨ ਜਾਂ ਪੂਜਾ ਪਾਠ ਕਰਕੇ ਉਸ ਦੇ ਬਦਲੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੀ ਅਰਦਾਸ ਕੀਤੀ ਜਾਵੇ, ਫਿਰ ਉਹ ਕੀਤਾ ਹੋਇਆ ਕੰਮ ਨੇਕ ਕੰਮ, ਫਲਦਾਇਕ ਅਤੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉਸ ਦੀ ਘਾਲ ਥਾਏ ਪੈ ਜਾਂਦੀ ਹੈ। ਮਨ ਗਿਆਨ ਤੋਂ ਬਿਨਾਂ ਡੋਲਦਾ ਰਹਿੰਦਾ ਹੈ, ਇਸ ਲਈ ਕਿ ਮਨ ਨੂੰ ਤਾਂ ਕੇਵਲ ਸੱਚ ਹੀ ਬਣ ਸਕਦਾ ਹੈ। ਬਾਕੀ ਸਾਰੇ ਗਿਆਨ ਤਾਂ ਇਸ ਮਨ ਬੁੱਧੀ ਨੇ ਮਿਲ ਕੇ ਪੈਦਾ ਕੀਤੇ ਹਨ। ਇਹ ਮਨ ਨੂੰ ਕਿਵੇਂ ਰੋਕ ਸਕਦੇ ਹਨ? ਮਨ ਨੂੰ ਕੇਵਲ ਉਹੀ ਗਿਆਨ ਰੋਕ ਸਕਦਾ ਹੈ ਜਿਸ ਨੇ ਇਸ ਮਨ ਤੇ ਬੁੱਧੀ ਨੂੰ ਪੈਦਾ ਕੀਤਾ ਹੋਵੇ, ਜਾਂ ਇਹ ਕਹਿ ਲਓ ਕਿ ਜਿਸ ਦੀ ਰੌਸ਼ਨੀ ਵਿੱਚੋਂ ਮਨ ਬੁੱਧੀ ਰੌਸ਼ਨ ਹੁੰਦੇ ਹੋਣ। ਉਸ ਦੇ ਅੱਗੇ ਹੀ ਮਨ ਹਾਰ ਮੰਨ ਕੇ ਉਸ ਦੇ ਹੁਕਮ ਵਿੱਚ ਰਹਿ ਸਕਦਾ ਹੈ। ਇਸੇ ਲਈ ਸਤਿਗੁਰ ਜੀ ਸੰਸਾਰੀ ਮੱਤਾਂ ਦੇ ਧਾਰਨੀ ਮਾਇਆ ਧਾਰੀਆਂ ਨੂੰ ਕਦੇ ਵੀ ਤ੍ਰਿਪਤ ਨਾ ਹੋਣ ਵਾਲੇ ਆਖਦੇ ਹਨ।
ਕਿਉਂਕਿ ਇਹ ਲੋਕ ਅਜੇ ਤੱਕ ਮਾਇਆ ਤੋਂ ਮਨ ਦੇ ਤ੍ਰਿਪਤ ਹੋ ਜਾਣ ਦਾ ਭਰਮ ਪਾਲੀ ਬੈਠੇ ਹਨ। ਇਸੇ ਲਈ ਇਹ ਲੋਕ ਆਪਣੀ ਤ੍ਰਿਪਤੀ ਲਈ ਸਗੋਂ ਮਾਇਆ ਰੂਪੀ ਪਦਾਰਥ ਜ਼ਹਿਰ ਖਾਈ ਜਾ ਰਹੇ ਹਨ, ਜਿਸ ਕਰਕੇ ਤ੍ਰਿਪਤੀ ਦੀ ਬਜਾਏ ਬੇਚੈਨੀ ਵੱਧਦੀ ਜਾਂਦੀ ਹੈ। ਜਿਉ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਕਿ ਜਿਸ ਤਰ੍ਹਾਂ ਜਿਹੜੀ ਅੱਗ ਹੈਗੀ ਆ ਉਹਦੇ ਵਿੱਚ ਜਿੰਨਾ ਮਰਜ਼ੀ ਈਂਧਨ ਪਾਈ ਜਾਓ, ਭਾਵ ਲੱਕੜਾਂ ਜੋ ਵੀ ਕੋਈ ਜਲਣਸ਼ੀਲ ਵਸਤੂ ਪਾਈ ਜਾਵੋ, ਉਹ ਕਦੇ ਰੱਜਦੀ ਨਹੀਂ ਹੈਗੀ। ਇਸੇ ਤਰ੍ਹਾਂ ਮਨ ਦਾ ਇਹ ਸੁਭਾਅ ਹੈਗਾ। ਇਹਨਾਂ ਗਿਆਨ ਦੇ ਸਖਣਿਆਂ ਨੂੰ ਅਧਵਾਟੇ ਹੀ ਕਾਲ ਨੇ ਗਰਸ ਲੈਣਾ ਹੈ। ਜਾਂ ਇਉਂ ਕਹਿ ਲਓ ਕਿ ਜਿਸ ਮੰਜ਼ਿਲ ਤੇ ਪਹੁੰਚਣ ਲਈ ਮਨੁੱਖਾ ਜਨਮ ਮਿਲਿਆ ਸੀ, ਉਸ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਲੋਕ ਜਮ ਦੇ ਡੰਡੇ ਦੀ ਮਾਰ ਹੇਠ ਆ ਜਾਂਦੇ ਹਨ। ਕਿਉਂਕਿ ਗਿਆਨ ਤੋਂ ਸਖਣੇ ਹੋਣ ਕਰਕੇ ਇਹ ਆਪਣੇ ਆਪ ਨੂੰ ਮਾਇਆ ਰੂਪੀ ਸਪਣੀ ਦੇ ਡੰਗ ਤੋਂ ਬਚਾ ਨਹੀਂ ਸਕਦੇ, ਇਹ ਅਧਵਾਟੇ ਹੀ ਮਰ ਜਾਂਦੇ ਹਨ। ਇਸ ਲਈ ਸਤਿਗੁਰ ਜੀ ਜੋਗੀਆਂ ਨੂੰ ਉਪਦੇਸ਼ ਕਰਦੇ ਹੋਏ ਆਖ ਰਹੇ ਹਨ ਕਿ ਹੇ ਜੋਗੀ ਜਨੋ, ਜਿਸ ਦ੍ਰਿਸ਼ਟੀ ਨਾਲ ਆਪਾਂ ਇਹ ਵਿਚਾਰਿਆ ਹੈ ਉਸ ਤੋਂ ਸਾਫ਼ ਜ਼ਾਹਰ ਹੈ ਕਿ ਗੁਰਮਤਿ ਗਿਆਨ ਦੀ ਪ੍ਰਾਪਤੀ ਤੋਂ ਬਗੈਰ, ਗੁਰਮਤਿ ਦਾ ਪੱਲਾ ਫੜੇ ਤੋਂ ਬਗੈਰ ਇਸ ਭਾਵ ਸਾਗਰ ਵਿਚਲੇ ਜੀਵ ਘਾਟੇ ਵਿੱਚ ਹੀ ਰਹੇਗਾ। ਗੁਰਮਤਿ ਨੂੰ ਛੱਡ ਕੇ ਜੀਵਾਂ ਨੂੰ ਘਾਟੇ ਹੀ ਘਾਟ ਝੱਲਣੇ ਪੈਂਦੇ ਹਨ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮੇਟੈ ਗੁਣ ਨਿਸਤਾਰੈ, ਮੁਕਤ ਮਹਾਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨ ਆਵੈ ਹਾਰ। ਤਨ ਹਟੜੀ ਇਹ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਪੂਰੇ ਗਿਆਨ ਦੀ ਪ੍ਰਾਪਤੀ ਹੋ ਜਾਵੇ, ਗੁਰ ਉਪਦੇਸ਼ ਦੀ ਸਮਝ ਆ ਜਾਵੇ, ਉਹ ਮਾਇਆ ਤੋਂ ਪਾਰ ਉਸ ਪਰਮੇਸ਼ਰ ਨੂੰ ਦੇਖ ਲੈਣ ਵਾਲੀ ਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ। ਉਸ ਦੇ ਅੰਦਰਲੇ ਸਾਰੇ ਅਵਗੁਣ ਮਿਟ ਜਾਂਦੇ ਹਨ ਅਤੇ ਗੁਣ ਹੀ ਗੁਣ ਬਚ ਜਾਂਦੇ ਹਨ, ਜਿਸ ਵਿੱਚ ਉਸ ਨੂੰ ਪਰਮੇਸ਼ਰ ਜੋਤ ਸਰੂਪ ਆਪਣੇ ਅੰਦਰ ਹੀ ਦ੍ਰਿਸ਼ਟਮਾਨ ਹੋ ਜਾਂਦਾ ਹੈ। ਉਸ ਹਾਲਤ ਵਿੱਚ ਗੁਰ ਉਪਦੇਸ਼ ਦੀ ਵਿਚਾਰ ਹਿਰਦੇ ਵਿੱਚ ਨਿਰੰਤਰ ਚੱਲਦੀ ਰਹਿਣ ਕਰਕੇ ਮਾਇਆ ਤੋਂ ਅਲੱਗ ਹੋਏ ਬੈਠੇ ਮਨ ਨੂੰ ਹੀ ਮਹਾ ਸੁਖ ਦਾ ਅਨੁਭਵ ਹੁੰਦਾ ਰਹਿੰਦਾ ਹੈ। ਇਸੇ ਨੂੰ ਜੀਵਨ ਮੁਕਤ ਅਵਸਥਾ ਜਾਂ ਤੁਰਿਆ ਪਦ ਕਹਿੰਦੇ ਹਨ। ਗੁਰਮੁਖਾਂ ਨੂੰ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ। ਹਾਰ ਦਾ ਮੂੰਹ ਤਾਂ ਕੇਵਲ ਉਸ ਨੂੰ ਹੀ ਦੇਖਣਾ ਪੈਂਦਾ ਹੈ ਜਿਹੜਾ ਸਰਵ ਸ਼ਕਤੀਮਾਨ ਸੱਚ ਦੇ ਧੜੇ ਨੂੰ ਛੱਡ ਕੇ ਆਪਣਾ ਵੱਖਰਾ ਝੰਡਾ ਗੱਡ ਲਵੇ। ਗੁਰਮੁਖਾਂ ਦਾ ਧੜਾ ਤਾਂ ਸਰਵ ਸ਼ਕਤੀਮਾਨ ਵਾਲਾ ਧੜਾ ਹੈ, ਇਸੇ ਲਈ ਉਹਨਾਂ ਨੂੰ ਕਦੇ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ। ਗੁਰਮੁਖਾਂ ਦਾ ਸਰੀਰਕ ਚਲਦੀ ਫਿਰਦੀ ਕੋਠੜੀ ਹੱਟੀ ਦੁਕਾਨ ਹੁੰਦਾ ਹੈ ਅਤੇ ਇਸ ਵਿੱਚ ਮਨ ਵਪਾਰੀ ਨਾਮ ਗਿਆਨ ਦਾ ਵਪਾਰ ਕਰਿਆ ਕਰਦਾ ਹੈ। ਉਹ ਪਰਮੇਸ਼ਰ ਦੇ ਅਮੁੱਲ ਗੁਣਾਂ ਨੂੰ ਅਮੁੱਲ ਹੀ ਵਰਤਾਇਆ ਕਰਦਾ ਹੈ। ਇਸੇ ਤਰੀਕੇ ਨਾਲ ਉਹ ਪਰਮ ਪਦ ਜਾਂ ਪਰਮ ਆਨੰਦ ਵਿੱਚ ਵਿਚਰਦਾ ਹੋਇਆ ਸੱਚ ਦਾ ਵਪਾਰ ਕਰਦਾ ਹੈ। ਭਾਵੇਂ ਇਹ ਵਪਾਰੀ ਸੱਚ ਦੇ ਵਪਾਰ ਕਰਨ ਵੇਲੇ ਕਿਸੇ ਮਾਇਆ ਰੂਪੀ ਪਦਾਰਥਾਂ ਦੇ ਲੈਣ ਦੇ ਖਿਲਾਫ ਹੁੰਦਾ ਹੈ, ਪਰ ਫਿਰ ਵੀ ਇਸ ਦੇ ਆਪਣੇ ਕਿਸੇ ਸਵਾਰਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਤਨਾ ਨਾਮ ਤਨ ਇਹ ਖਰਚ ਕਰਦਾ ਜਾਂ ਵੰਡਦਾ ਹੈ, ਇਸ ਤੋਂ ਕਿਤੇ ਜ਼ਿਆਦਾ ਇਸ ਨੂੰ ਪਰਮੇਸ਼ਰ ਦੇ ਖਜ਼ਾਨੇ ਵਿੱਚੋਂ ਸਿੱਧਾ ਮਿਲਦਾ ਰਹਿੰਦਾ ਹੈ। ਜੇ ਇਸ ਧਨ ਦਾ ਖਰਚ ਕਿਸੇ ਵਜ੍ਹਾ ਨਾਲ ਬੰਦ ਹੋ ਜਾਵੇ ਤਾਂ ਪਿੱਛੋਂ ਸਪਲਾਈ ਵੀ ਰੁਕ ਜਾਂਦੀ ਹੈ। ਇਸ ਲਈ ਸਪਲਾਈ ਚਾਲੂ ਰੱਖਣ ਲਈ ਇਸ ਦਾ ਖਰਚ ਕਰਦੇ ਰਹਿਣਾ ਇੱਕ ਮਜਬੂਰੀ ਬਣੀ ਰਹਿੰਦੀ ਹੈ। ਗੁਰਮੁਖ ਬਾਧਿਓ ਸੇਤ ਵਿਧਾਤੇ, ਲੰਕਾ ਲੂਟੀ ਦੈਂਤ ਸੰਤਾਪੇ, ਰਾਮ ਚੰਦ ਮਾਰਿਓ ਐ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਉਧਾਰੇ। ਸਤਿਗੁਰ ਜੀ ਇਹਨਾਂ ਪੰਕਤੀਆਂ ਵਿੱਚ ਗੁਰਮੁਖ ਨੂੰ ਭਾਵ ਸਾਗਰ ਪਾਰ ਕਰਨ ਲਈ ਕਿਸੇ ਬੇੜੀ ਜਾਂ ਜਹਾਜ਼ ਦੀ ਥਾਂ ਸੇਤ ਪੁਲ ਆਖਦੇ ਹਨ, ਬ੍ਰਿਜ ਆਖਦੇ ਹਨ। ਪਰ ਪਿਛਲੇ ਗ੍ਰੰਥਾਂ ਵਿੱਚ ਕਿਸੇ ਮਤ ਨੂੰ ਬੇੜੀ, ਕਿਸ਼ਤੀ ਜਾਂ ਜਹਾਜ਼ ਤੱਕ ਦਾ ਦਰਜਾ ਹੀ ਪ੍ਰਾਪਤ ਸੀ। ਇਹ ਠੀਕ ਹੈ ਕਿ ਜਹਾਜ਼ ਸਮੁੰਦਰ ਨੂੰ ਚੀਰਦੇ ਹੋਏ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਲੈ ਜਾਂਦੇ ਹਨ, ਪਰ ਇਹ ਜਹਾਜ਼ ਡੁੱਬਦੇ ਵੀ ਰਹਿੰਦੇ ਹਨ, ਜਿਸ ਦਾ ਮਤਲਬ ਇਹ ਹੈ ਕਿ ਜਹਾਜ਼ ਵਿੱਚ ਬੈਠ ਕੇ ਸਮੁੰਦਰ ਪਾਰ ਕਰ ਸਮੇਂ ਡੁੱਬ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਇਹ ਜਹਾਜ਼ ਸਮੁੰਦਰ ਪਾਰ ਕਰਨ ਵਿੱਚ 100% ਦੀ ਸਮਰੱਥਾ ਨਹੀਂ ਰੱਖਦਾ। ਇਸ ਵਿਚਲੀਆਂ ਕਮਜ਼ੋਰੀਆਂ ਕਾਰਨ ਇਹ ਡੁੱਬ ਵੀ ਜਾਇਆ ਕਰਦਾ ਹੈ। ਇਹੀ ਗੱਲ ਭਾਵ ਸਾਗਰ ਪਾਰ ਕਰਨ ਵਿੱਚ ਕਿਸੇ ਜਹਾਜ਼ ਲਈ ਹੋਰ ਵੀ ਖਤਰਨਾਕ ਹੈ। ਇੱਥੇ ਤਾਂ ਹਵਾ ਸਮਾਨ ਕਮਜ਼ੋਰੀ ਹੀ ਭਾਵ ਸਾਗਰ ਪਾਰ ਕਰਨ ਵਾਲੇ ਜਹਾਜ਼ ਨੂੰ ਲੈ ਡੋਬਦੀ ਹੈ। ਇਸੇ ਲਈ ਗੁਰਮਤਿ ਵਿੱਚ ਪੂਰੇ ਗੁਰ ਦੇ ਪੂਰੇ ਗਿਆਨ ਦੀ ਪੂਰੀ ਦ੍ਰਿਸ਼ਟੀ ਹੀ ਭਾਵ ਸਾਗਰ ਤਾਰਨਹਾਰੀ ਹੈ।
ਜਿਸ ਵਿੱਚ ਕਿਧਰੇ ਵੀ ਮਾਇਆ ਰੂਪੀ ਹਵਾ ਦਾ ਦਬਾਅ ਨਹੀਂ ਪੈਂਦਾ। ਇਸ ਲਈ ਸਤਿਗੁਰ ਜੀ ਗੁਰਮਤਿ ਦੇ ਧਾਰਨੀ ਗੁਰਮੁਖਾਂ ਨੂੰ ਭਵ ਸਾਗਰ ਪਾਰ ਕਰਨ ਦਾ ਪੁੱਲ ਸੇਤ ਬ੍ਰਿਜ ਆਖਦੇ ਹਨ। ਪੁੱਲ ਕਦੇ ਵੀ ਡੁੱਬਿਆ ਨਹੀਂ ਕਰਦੇ, ਪਰ ਜੇ ਕਦੇ ਐਸਾ ਭਾਣਾ ਪਰਮੇਸ਼ਰ ਦਾ ਵਰਤ ਵੀ ਜਾਵੇ ਕਿ ਭਵ ਸਾਗਰ ਵਿੱਚ ਭਰਮ ਦਾ ਲੈਵਲ ਇਤਨਾ ਉੱਚਾ ਹੋ ਜਾਵੇ ਕਿ ਗੁਰਮੁਖ ਰੂਪੀ ਗਿਆਨ ਦਾ ਪੁੱਲ ਸੰਸਾਰੀ ਲੋਕਾਂ ਨੂੰ ਦਿਸਣੋਂ ਬੰਦ ਹੋ ਜਾਵੇ, ਤਾਂ ਫਿਰ ਜਦੋਂ ਭਰਮ ਗਿਆਨ ਦਾ ਪ੍ਰਚਾਰ ਰੌਲਾ ਰੱਪਾ ਲੋਕਾਂ ਦੀ ਸਮਝ ਵਿੱਚ ਆਉਣ ਲੱਗ ਜਾਵੇ ਅਤੇ ਇਹਨਾਂ ਦੇ ਕੂੜ ਅਤੇ ਕਪਟ ਨੂੰ ਲੋਕ ਸਮਝਣ ਲੱਗ ਜਾਣ, ਤਾਂ ਫਿਰ ਲੋਕਾਈ ਦੇ ਮਨਾਂ ਵਿੱਚ ਭਰਮ ਗਿਆਨ ਦਾ ਲੈਵਲ ਨੀਵਾਂ ਹੋ ਜਾਂਦਾ ਹੈ। ਤਦ ਉਪਰੰਤ ਗੁਰਮਤਿ ਵਿੱਚੋਂ ਪ੍ਰਗਟ ਹੋਇਆ ਗੁਰਮੁਖ ਰੂਪੀ ਬ੍ਰਹਮ ਗਿਆਨ ਦਾ ਪੁੱਲ ਫਿਰ ਪ੍ਰਗਟ ਹੋ ਜਾਇਆ ਕਰਦਾ ਹੈ, ਜਿਸ ਉੱਤੇ ਲੰਘ ਕੇ ਇਸ ਭਾਵ ਸਾਗਰ ਤੋਂ ਦੁਖੀ ਹੋਏ ਲੋਕ ਪਾਰ ਹੋ ਜਾਂਦੇ ਹਨ। ਸਤਿਗੁਰ ਜੀ ਆਖਦੇ ਹਨ ਕਿ ਗੁਰਮੁਖ ਨੇ ਹਿਰਦੇ ਰੂਪੀ ਲੰਕਾ ਵਿੱਚ, ਜਿੱਥੇ ਮਨ ਰੂਪੀ ਰਾਵਣ ਦਾ ਰਾਜ ਹੈ, ਮਨ ਵਿੱਚ ਮਾਇਆ ਦੀਆਂ ਇਛਾਵਾਂ ਹਨ ਅਤੇ ਵਿਚਲੇ ਸਰੀਰ ਸਰੋਵਰ ਜਾਂ ਮਾਇਆ ਰੂਪੀ ਸਾਗਰ ਨੂੰ ਪਾਰ ਕਰਨ ਲਈ ਇੱਕ ਪੁੱਲ ਬਣਾ ਲਿਆ ਹੁੰਦਾ ਹੈ, ਜਿਸ ਦਾ ਆਦਿ ਗੁਰਮੁਖ ਸਾਚ ਸ਼ਬਦ ਮੁਕਤ ਦੁਆਰ ਗੁਰਮੁਖ ਦਾ ਹਿਰਦਾ ਹੈ ਅਤੇ ਦੂਸਰਾ ਸਿਰਾ ਮਾਇਆ ਤੋਂ ਪਾਰ ਸੁਖ ਸਾਗਰ ਹੈ। ਜੇ ਕੋਈ ਗੁਰਬਾਣੀ ਗੁਰ ਸ਼ਬਦ ਗੁਰ ਉਪਦੇਸ਼ ਨੂੰ ਗੁਰਮੁਖ ਦਾ ਹਿਰਦਾ ਮੰਨ ਕੇ ਇਸ ਵਿੱਚ ਸਮਾ ਜਾਵੇ, ਫਿਰ ਇਸ ਮੁਕਤ ਦੁਆਰ ਰਾਹੀਂ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ। ਨਾਨਕ ਗੁਰਮੁਖ ਮੁਕਤ ਦੁਆਰ। ਸ਼ਰਤ ਇਹ ਹੈ ਕਿ ਜੋ ਗੁਰਬਾਣੀ ਦਾ ਉਪਦੇਸ਼ ਹੈ ਉਹਨੂੰ ਹਿਰਦੇ ਵਿੱਚ ਵਸਾਉਣਾ ਹੈ, ਉਹਦੇ ਅਨੁਸਾਰ ਚੱਲਣਾ ਹੈ, ਤਾਂ ਫਿਰ ਜਿਹੜਾ ਗੁਰਮੁਖ ਹੈ ਉਹ ਮੁਕਤੀ ਦੇ ਦੁਆਰੇ ਤੋਂ ਅੱਗੇ ਲੰਘ ਜਾਂਦਾ ਹੈ। ਜਦੋਂ ਗੁਰੂ ਦਾ ਗਿਆਨ ਸਰੀਰ ਸਰੋਵਰ ਨੂੰ ਪਾਰ ਕਰਕੇ ਹਿਰਦੇ ਰੂਪੀ ਲੰਕਾ ਵਿੱਚ ਪਹੁੰਚ ਜਾਵੇ, ਤਾਂ ਫਿਰ ਲੰਕਾ ਵਿੱਚ ਉਥਲ ਪੁਥਲ ਮਚ ਜਾਂਦੀ ਹੈ। ਅਵਗੁਣਾਂ ਦੇ ਵਿਚਾਰ ਉਜੜ ਜਾਂਦੇ ਹਨ। ਔਗੁਣ ਰੂਪੀ ਦੈਂਤਾਂ ਉੱਤੇ ਚੰਡੀ ਗੁਰਮਤਿ ਰੂਪੀ ਗਿਆਨ ਖੜਗ ਦੇ ਪ੍ਰਹਾਰ ਹੁੰਦੇ ਰਹਿੰਦੇ ਹਨ। ਇਹ ਗਰੀਬੀ ਦੀ ਗਦਾ ਅਵਗੁਣਾਂ ਨੂੰ ਕੁੱਟ-ਕੁੱਟ ਕੇ ਲੰਕਾ ਵਿੱਚ ਮਾਰ ਦਿੰਦੀ ਹੈ। ਔਗੁਣਾਂ ਦੇ ਸਿਰ ਤੇ ਸੰਤਾਪ ਦੀ ਘੜੀ ਆ ਜਾਂਦੀ ਹੈ। ਇਸੇ ਦੌਰਾਨ ਮਨ ਚੰਦ ਪੂਰਨ ਗਿਆਨ ਪ੍ਰਾਪਤ ਕਰਕੇ ਸੂਰਜਵੰਸ਼ੀ ਰਾਮ ਬ੍ਰਹਮ ਗਿਆਨ ਦਾ ਰੂਪ ਬਣ ਜਾਂਦਾ ਹੈ। ਹੁਣ ਚੰਦਰਮੇ ਦੀ ਜਗ੍ਹਾ ਸੂਰਜ ਬ੍ਰਹਮ ਗਿਆਨ ਮੰਨ ਲੈਂਦਾ ਹੈ, ਜਿਸ ਨਾਲ ਮਨ ਦਾ ਪਹਿਲਾ ਗਿਆਨ ਜੋ ਹੰਕਾਰ ਦਾ ਰੂਪ ਹੀ ਹੁੰਦਾ ਹੈ ਨਸ਼ਟ ਹੋ ਜਾਂਦਾ ਹੈ। ਮਨ ਦਾ ਪਹਿਲਾ ਸੁਭਾਅ ਮਰ ਜਾਂਦਾ ਹੈ, ਜਿਸ ਨੂੰ ਸਤਿਗੁਰ ਜੀ ਇਹ ਰਾਵਣ ਆਖਦੇ ਹਨ। ਗੁਰਬਾਣੀ ਵਿੱਚ ਭਗਤ ਕਬੀਰ ਜੀ ਰਾਜਾ ਰਾਮ ਦੇ ਅਰਥ ਇਉਂ ਕਰਦੇ ਹਨ: ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਸ਼ਬਦ ਭਗਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੇ ਅੰਧਿਆਰਾ। ਗੁਰਬਾਣੀ ਅਨੁਸਾਰ ਰਾਮ ਨਾਮ ਦਾ ਸਪਸ਼ਟ ਅਰਥ ਤਤ ਗਿਆਨ ਜਾਂ ਬ੍ਰਹਮ ਗਿਆਨ ਹੈ। ਇਹ ਰਾਵਣ ਦਾ ਅਰਥ ਅਹੰ ਬੁੱਧੀ ਦਾ ਧਾਰਨੀ ਹੋ ਕੇ ਮਾਇਆ ਦੇ ਬਿਰਛ ਨਾਲ ਚਿੰਬੜਿਆ ਹੋਇਆ ਮਨ ਹੈ। ਇਹ ਰਾਵਣ। ਸਤਿਗੁਰ ਜੀ ਦਾ ਮਕਸਦ ਇੱਥੇ ਰਮਾਇਣ ਦੀ ਕਥਾ ਦਾ ਗਿਆਨ ਕਰਾਉਣ ਤੋਂ ਨਹੀਂ, ਉਹ ਤਾਂ ਜੋਗੀਆਂ ਨੂੰ ਬ੍ਰਹਮ ਗਿਆਨ ਉਪਦੇਸ਼ ਦੇ ਰਹੇ ਹਨ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਕਾਇਆ ਅੰਦਰ ਗੜ ਕੋਟ ਹੈ, ਸਭ ਦਸੰਤਰ ਦੇਸਾ, ਆਪੇ ਤਾੜੀ ਲਾਇਨ ਸਭ ਮੈਂ ਪ੍ਰਵੇਸਾ। ਜਿਸ ਤੋਂ ਸਪਸ਼ਟ ਹੈ ਕਿ ਗੁਰਬਾਣੀ ਜਦ ਕਿਸੇ ਗੜ ਕੋਟ ਜਾਂ ਕਿਲੇ ਜਾਂ ਦੇਸ਼ ਜਾਂ ਸ਼ਹਿਰ ਜਾਂ ਪਟਨ ਦੀ ਗੱਲ ਆਈ ਹੈ ਤਾਂ ਉਸ ਦਾ ਸੰਬੰਧ ਕਾਇਆ ਦੇ ਅੰਦਰ ਨਾਲ ਹੈ, ਹੋਰ ਕੋਈ ਬਾਹਰ ਦੀ ਗੱਲ ਨਹੀਂ ਹੈ। ਰਚਨਾ ਅੰਦਰ ਦੀ ਕਹੀ ਹੋਈ ਗੱਲ ਦੇ ਅਰਥ ਹਿਰਦੇ ਵਿੱਚੋਂ ਖੋਜ ਕੇ ਉਸ ਦਾ ਨਿਰਾਕਾਰੀ ਰੂਪ ਸਮਝ ਕੇ ਹੀ ਇਸ ਨਿਰਾਕਾਰ ਬਾਣੀ ਦੇ ਅਰਥ ਭਾਵ ਨੂੰ ਸਮਝਿਆ ਜਾ ਸਕਦਾ ਹੈ। ਇਸ ਲਈ ਜਿਨ੍ਹਾਂ ਨੇ ਬਾਹਰੀ ਅਰਥ ਕਰ ਲਏ, ਉਹਨਾਂ ਨੂੰ ਗੁਰਬਾਣੀ ਵਿੱਚੋਂ ਵਿਰੋਧਾਭਾਸ ਨਜ਼ਰ ਆਉਣ ਲੱਗ ਪਿਆ ਅਤੇ ਉਹ ਮਾਇਆ ਰੂਪੀ ਅਰਥਾਂ ਨਾਲ ਜੁੜ ਕੇ ਸਰੀਰ ਤੱਕ ਹੀ ਸੀਮਤ ਰਹਿ ਗਏ। ਬਾਹਰਮੁਖੀ ਅਰਥ ਹੀ ਸਾਨੂੰ ਬਾਹਰੀ ਸਰੀਰ ਤੋਂ ਅੱਗੇ ਅੰਦਰਲੇ ਸਰੀਰ ਹਿਰਦੇ ਮਨ ਤੱਕ ਨਹੀਂ ਜਾਣ ਦਿੰਦੇ, ਜਿੱਥੋਂ ਕਿ ਬਾਣੀ ਗੁਰਬਾਣੀ ਪ੍ਰਗਟ ਹੁੰਦੀ ਹੈ। ਪਰ ਭਰਮ ਗਿਆਨੀਆਂ ਨੇ ਤਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਵੇਂ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇੱਥੇ ਰਾਮ ਦੇ ਨਿਕਾਲਾ ਮਿਲਣ ਵੇਲੇ ਰੋਣ ਦਾ ਕਾਰਨ ਸੀਤਾ ਦੇ ਲਕਸ਼ਮਣ ਦੇ ਵਿਛੜਨ ਦਾ ਕਾਰਨ ਲਖਮਣ ਦਾ ਵਿਛੜ ਜਾਣਾ ਮੰਨਿਆ ਹੈ, ਜਦ ਕਿ ਸੀਤਾ ਅਤੇ ਲਖਮਣ ਰਮਾਇਣ ਅਨੁਸਾਰ ਰਾਮਚੰਦਰ ਦੇ ਸ਼ਹਿਰ ਛੱਡਣ ਵੇਲੇ ਵੀ ਨਾਲ ਸਨ। ਵਿਛੋੜਾ ਤਾਂ ਰਾਮਚੰਦਰ ਨੂੰ ਮਾਤਾ ਪਿਤਾ ਜਾਂ ਬਾਕੀ ਪਰਿਵਾਰ ਨਾਲੋਂ ਝੱਲਣਾ ਪਿਆ ਹੈ। ਪਰ ਭਰਮ ਗਿਆਨੀਆਂ ਦੀ ਅੰਧ ਵਿਸ਼ਵਾਸ ਵਿੱਚ ਸੁੱਤੀ ਹੋਈ ਬੁੱਧੀ ਇਸ ਠੋਕਰ ਨੂੰ ਮਹਿਸੂਸ ਨਹੀਂ ਕਰ ਸਕਦੀ, ਸਗੋਂ ਅੰਨ੍ਹੇਵਾਹ ਆਪਣੀ ਪਹਿਲੀ ਮਿੱਤ ਅਨੁਸਾਰ ਹੀ ਇਸ ਨਿਰਾਕਾਰੀ ਰਾਮ ਦੇ ਅਰਥ ਰਾਮ ਕਥਾ ਨਾਲ ਹੀ ਜੋੜ ਦਿੱਤੇ, ਜਦ ਕਿ ਗੁਰਮੁਖ ਦਾ ਰਾਮ ਤਾਂ ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਹੁਣ ਇਸ ਗੱਲ ਨੂੰ ਇੱਕ ਹੋਰ ਪੱਖ ਤੋਂ ਵਿਚਾਰ ਕੇ ਦੇਖੀਏ ਤਾਂ ਇਸ ਦੀ ਹੋਰ ਜ਼ਿਆਦਾ ਸਮਝ ਆ ਜਾਂਦੀ ਹੈ। ਉਹ ਪੱਖ ਇਹ ਕਿ ਰਮਾਇਣ ਦੀ ਕਥਾ ਸੁਣਨ ਸੁਣਾਉਣ ਵਾਲੇ
ਰਾਮ ਭਗਤਾਂ ਦਾ ਇਸ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਹੈ। ਉਹ ਲੋਕ ਤਾਂ ਅਵਤਾਰਵਾਦੀ ਵਿਚਾਰਧਾਰਾ ਦੇ ਵਿਸ਼ਨੂੰ ਭਗਤ ਹਨ, ਜਿਸ ਦਾ ਕਿ ਉਹ ਰਾਮਚੰਦਰ ਨੂੰ ਅਵਤਾਰ ਮੰਨਦੇ ਹਨ। ਉਹ ਲੋਕ ਮਾਲਾ ਹੱਥ ਵਿੱਚ ਲੈ ਕੇ ਰਾਮ ਰਾਮ ਸ਼ਬਦ ਹੀ ਰੱਟਦੇ ਰਹਿੰਦੇ ਹਨ। ਕਬੀਰ ਜੀ ਇਹਨਾਂ ਨੂੰ ਸੰਬੋਧਨ ਕਰਦੇ ਆਖਦੇ ਹਨ, ਹਿੰਦੂ ਰਾਮ ਨਾਮ ਉਚਰੈ। ਭਗਤ ਕਬੀਰ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤੇ ਸਨ, ਉਦੋਂ ਹਿੰਦੁਸਤਾਨ ਵਿੱਚ ਕੋਈ ਵੀ ਆਪਣੇ ਆਪ ਨੂੰ ਹਿੰਦੂ ਕਹਾਉਣਾ ਚੰਗਾ ਨਹੀਂ ਸੀ ਸਮਝਦਾ, ਕਿਉਂਕਿ ਹਿੰਦੂ ਸ਼ਬਦ ਮੁਸਲਮਾਨ ਭਾਸ਼ਾ ਦਾ ਬਹੁਤ ਘਟੀਆ ਅਰਥ ਰੱਖਣ ਵਾਲਾ ਸ਼ਬਦ ਹੈ। ਇਹ ਤਾਂ ਹਕੂਮਤ ਦੇ ਡਰ ਤੇ ਜ਼ੋਰ ਕਾਰਨ ਲੋਕਾਂ ਨੂੰ ਹਜ਼ਮ ਕਰਨਾ ਪਿਆ। ਪਰ ਜਦੋਂ ਕਬੀਰ ਜੀ ਰਾਮ ਰਾਮ ਮੂੰਹ ਨਾਲ ਉਚਾਰਨ ਵਾਲਿਆਂ ਨੂੰ ਹਿੰਦੂ ਆਖਦੇ ਹਨ, ਤਾਂ ਉਹ ਇਸ ਹਿੰਦੂ ਸ਼ਬਦ ਨੂੰ ਇਸ ਦੇ ਸਹੀ ਅਰਥ ਦੇ ਦ੍ਰਿਸ਼ਟੀਕੋਣ ਤੋਂ ਲੈਂਦੇ ਹਨ। ਕਬੀਰ ਜੀ ਦਾ ਮਤਲਬ ਹੈ ਕਿ ਮੂੰਹ ਨਾਲ ਰਾਮ ਰਾਮ ਕਹਿ ਕੇ ਭਗਤ ਕਹਾਉਣ ਲੱਗ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਫਰੇਬ ਹੈ, ਭਰਮ ਹੈ, ਅਗਿਆਨ ਹੈ। ਇਸ ਲਈ ਕਬੀਰ ਜੀ ਅਜਿਹੇ ਲੋਕਾਂ ਨੂੰ ਹਿੰਦੂ ਆਖਦੇ ਹਨ। ਰਾਮ ਕਹਿਣ ਦੇ ਗੁਰਮਤਿ ਦੇ ਦ੍ਰਿਸ਼ਟੀਕੋਣ ਅਤੇ ਉਹਨਾਂ ਲੋਕਾਂ ਦੇ ਦ੍ਰਿਸ਼ਟੀਕੋਣ ਵਿੱਚ ਅੰਤਰ ਦੱਸਦੇ ਹੋਏ ਆਖਦੇ ਹਨ, ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੇ, ਸੋਈ ਕੌਤਕ ਹਾਰ। ਕਬੀਰ ਜੀ ਸਮਝਾ ਰਹੇ ਹਨ ਕਿ ਤੁਹਾਡੇ ਰਾਮ ਕਹਿਣ ਅਤੇ ਗੁਰਮਤਿ ਦੇ ਰਾਮ ਕਥਨ ਵਿੱਚ ਬਹੁਤ ਵੱਡਾ ਭੇਦ ਹੈ। ਉਂਝ ਤਾਂ ਰਾਮ ਰਾਮ ਸਾਰਾ ਸੰਸਾਰ ਹੀ ਕਰਦਾ ਹੈ, ਪਰ ਜੇ ਕੋਈ ਸੱਚਮੁੱਚ ਘਟ ਕੇ ਵਾਸੀ ਰਾਮ ਬਾਰੇ ਕੁਝ ਕਥਨ ਕਰ ਦਵੇ ਤਾਂ ਕੌਤਕ ਵਰਤ ਜਾਂਦਾ ਹੈ। ਇਹ ਰਾਮ ਦਾ ਕਥਨ ਮਨ ਅਤੇ ਬੁੱਧੀ ਦੋਹਾਂ ਨੂੰ ਜਕੜ ਬੰਨ ਲੈਣ ਦੀ ਸ਼ਕਤੀ ਰੱਖਦਾ ਹੈ। ਮਨ ਦੀ ਮੈਲ ਉਤਾਰ ਕੇ ਇਸ ਦਾ ਸੁਭਾਅ ਨਸ਼ਟ ਕਰਾ ਦੇਣਾ ਇਸੇ ਰਾਮ ਦੇ ਕਥਨ ਤੋਂ ਹੀ ਸੰਭਵ ਹੈ। ਜਿਹੜੇ ਕਾਚੀ ਮਤ ਵਾਲੇ ਇਸ ਮਨ ਨੂੰ ਕਾਬੂ ਨਾ ਕਰਨ ਵਾਲਾ ਮੰਨਦੇ ਹਨ, ਉਸ ਮਨ ਨੂੰ ਰਾਮ ਕਥਾ ਦੇ ਗਿਆਨ ਸਭਨਾ ਪਾਸਿਆਂ ਤੋਂ ਘੇਰ ਕੇ ਇੱਕ ਜਗ੍ਹਾ ਖੜਾ ਕਰਾ ਦਿੰਦੇ ਹਨ। ਜਿਹੜੇ ਕਾਸ਼ੀ ਮਤ ਵਾਲੇ ਇਸ ਮਨ ਨੂੰ ਕਾਬੂ ਨਾ ਆਉਣ ਵਾਲਾ ਮੰਨਦੇ ਹਨ, ਉਸ ਮਨ ਨੂੰ ਰਾਮ ਕਥਾ ਦਾ ਗਿਆਨ ਸਭਨਾ ਪਾਸਿਆਂ ਤੋਂ ਘੇਰ ਕੇ ਇੱਕ ਜਗ੍ਹਾ ਖੜਾ ਕਰਾ ਦਿੰਦਾ ਹੈ। ਅਜਿਹਾ ਹੋ ਜਾਣਾ ਕੋਈ ਛੋਟਾ ਮੋਟਾ ਕੌਤਕ ਨਹੀਂ ਹੈ। ਇਹਦਾ ਰਾਮ ਕਹਿਣ ਦੀ ਵਿਧੀ ਕਬੀਰ ਜੀ ਨੇ ਕੋਈ ਨਵੀਂ ਨਹੀਂ ਦੱਸੀ। ਇਹ ਤਾਂ ਸਗੋਂ ਉਹ ਆਪ ਧਰੂ ਪ੍ਰਹਿਲਾਦ ਤੋਂ ਲੈ ਕੇ ਚੱਲੀ ਆ ਰਹੀ ਵਿਧੀ ਦੱਸਦੇ ਹੋਏ ਆਖਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇਰੇ। ਰਹਾਓ ਜਾ ਤਿਸ ਭਾਵੈ ਤਾ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ, ਕਹੋ ਕਬੀਰ ਭਜ ਸਾਰੰਗ ਪਾਣੀ, ਔਰ ਵਾਰ ਪਾਰ ਸਭ ਏਕੋ ਦਾਨੀ। ਜਿਸ ਤੋਂ ਪਤਾ ਲੱਗਦਾ ਕਿ ਰਾਮ ਨਾਮ ਦਾ ਕਥਨ, ਜਿਸ ਨੂੰ ਸੁਖਮਨੀ ਸਾਹਿਬ ਵਿੱਚ ਸਭ ਤੇ ਉੱਤਮ ਹਰ ਕੀ ਕਥਾ ਮੰਨਿਆ ਹੈ, ਨਾਰਦ ਧਰੂ ਪ੍ਰਹਿਲਾਦ ਤੋਂ ਲੈ ਕੇ ਕਥਨ ਕਰਨ ਵਾਲੀ ਮੰਨੀ ਗਈ ਹੈ। ਰਾਜੇ ਦਸ਼ਰਥ ਦਾ ਪੁੱਤਰ ਰਾਮ ਤਾਂ ਉਸ ਸਮੇਂ ਸੰਸਾਰ ਵਿੱਚ ਪੈਦਾ ਵੀ ਨਹੀਂ ਸੀ ਹੋਇਆ। ਇੱਥੇ ਇਤਨੀ ਲੰਮੀ ਵਿਚਾਰ ਦੇਣ ਦਾ ਮਤਲਬ ਕੇਵਲ ਇਹ ਹੈ ਕਿ ਪਿਛਲੇ ਤਕਰੀਬਨ 200 ਸਾਲ ਤੋਂ ਪਾਏ ਜਾਂਦੇ ਭੁਲੇਖਿਆਂ ਤੋਂ ਸਿੱਖ ਸੰਗਤ ਨੂੰ ਜਾਣੂ ਕਰਵਾਉਣ ਦਾ ਹੀ ਹੈ। ਹੁਣ ਸਮਾਂ ਆ ਗਿਆ ਸੀ ਗੁਰਮਤਿ ਲਈ ਸਮਰਪਿਤ ਹੋ ਕੇ ਇਸ ਦੀ ਸਹੀ ਦਿਸ਼ਾ ਦੀ ਖੋਜ ਕਰੀਏ। ਗੁਰੂ ਨਾਨਕ ਦੇਵ ਜੀ ਨੇ ਇੱਥੇ ਜਿਹੜੇ ਲਫ਼ਜ਼ ਵਰਤੇ ਹਨ, ਲੰਕਾ, ਇਹ ਰਾਵਣ, ਭਵੀਖਣ, ਰਾਮਚੰਦਰ ਅਤੇ ਦੈਂਤ ਆਦਿ, ਇਹ ਲਫ਼ਜ਼ ਹਿਰਦੇ ਰੂਪੀ ਲੰਕਾ, ਕੰਚਨ ਰੂਪੀ ਦੇਹੀ ਦੇ ਪਰਥਾਏ ਹਨ। ਰਾਮਚੰਦ ਗੁਰ ਗਿਆਨ ਦੇ ਪਰਥਾਏ, ਇਹ ਰਾਵਣ ਮਨ ਦੇ ਪਰਥਾਏ, ਭਵੀਖਣ ਚਿੱਤ ਦੇ ਪਰਥਾਏ। ਚਿੱਤ ਅਤੇ ਮਨ ਨਾਮ ਰੂਪੀ ਬੀਜ ਦੋ ਫਾੜ ਹੋਣ ਕਰਕੇ ਅੱਡੋ ਅੱਡ ਹਨ, ਜਿਨ੍ਹਾਂ ਨੂੰ ਦੋ ਮਨ ਜਾਂ ਦੋ ਚਿੱਤ ਵੀ ਆਖਿਆ ਜਾਂਦਾ ਹੈ, ਜਾਂ ਜਿਨ੍ਹਾਂ ਨੂੰ ਦੋ ਵਿਚਾਰ ਅਗਿਆਨ ਤੇ ਗਿਆਨ, ਅਗਿਆਨ ਤੇ ਸੱਚ ਦਾ ਗਿਆਨ ਵੀ ਆਖਿਆ ਗਿਆ ਹੈ। ਮਾਇਆ ਸਾਗਰ ਹਿਰਦੇ ਰੂਪੀ ਲੰਕਾ ਦੇ ਆਲੇ ਦੁਆਲੇ ਘੁੰਮਿਆ ਹੋਇਆ ਸਮੁੰਦਰ ਮੰਨ ਕੇ ਹੀ ਸਤਿਗੁਰੂ ਜੀ ਨੇ ਇਹ ਸਾਰਾ ਪ੍ਰਕਰਣ ਹਰ ਕੀ ਕਥਾ ਸੁਣਾਈ ਹੈ। ਭਵੀਖਣ ਚਿੱਤ ਹਮੇਸ਼ਾ ਹੀ ਮਨ ਨੂੰ ਨੇਕ ਸਲਾਹ ਦਿੰਦਾ ਹੈ, ਕਿਉਂਕਿ ਇਹ ਉਸਦਾ ਨਿੱਜੀ ਸੁਭਾਅ ਹੈ। ਪਰ ਮਨ ਦਾ ਸੁਭਾਅ ਸਦਾ ਹੀ ਬੁਰਾਈ ਵੱਲ ਝੁਕਾ ਰੱਖਦਾ ਹੈ। ਬੁੱਧੀ ਆਮ ਕਰਕੇ ਮਨ ਦੇ ਆਖੇ ਹੀ ਲੱਗਦੀ ਹੈ। ਇਸ ਲਈ ਚਿੱਤ ਦੀ ਵੋਟ ਇਕੱਲੀ ਰਹਿ ਜਾਣ ਕਰਕੇ ਇਹ ਬੇਬਸ ਤੇ ਲਾਚਾਰ ਬੈਠਾ ਸਭ ਕੁਝ ਦੇਖਦਾ ਰਹਿੰਦਾ ਹੈ। ਉਹ ਆਪਣੇ ਅੰਦਰ ਮਨ ਦੇ ਸਾਰੇ ਸੰਕਲਪ ਨੂੰ ਦੇਖਦਾ ਰਹਿੰਦਾ ਅਤੇ ਉਹਨਾਂ ਦੇ ਜਾਇਜ਼ ਜਾਂ ਨਜਾਇਜ਼ ਹੋਣ ਦੀ ਤਸਦੀਕ ਕਰਦਾ ਰਹਿੰਦਾ ਹੈ। ਇਸੇ ਨੂੰ ਗੁਪਤ ਚਿੱਤਰ ਵੀ ਕਿਹਾ ਹੈ। ਇਸੇ ਨੂੰ ਗੁਰਬਾਣੀ ਵਿੱਚ ਚਿੱਤ ਗੁਪਤ ਆਖਿਆ ਗਿਆ ਹੈ। ਮਨ ਮੈਂ ਆਪ ਕਹਿਣ ਦਾ ਭਾਵ ਵੀ ਗੁਰਬਾਣੀ ਦਾ ਇਸੇ ਵੱਲ ਸੰਕੇਤ ਹੈ। ਰਾਮਚੰਦ ਮਾਰਿਆ ਇਹ ਰਾਵਣ, ਭੇਦ ਭਵੀਖਣ ਗੁਰਮੁਖ ਪਰਚਾਣ। ਇਸ ਪੰਕਤੀ ਵਿੱਚ ਸਤਿਗੁਰੂ ਜੀ ਨੇ ਰਾਵਣ ਦੀ ਜਗ੍ਹਾ ਇਹ ਰਾਵਣ ਲਫ਼ਜ਼ ਵਰਤਿਆ ਹੈ। ਇਹ ਰਾਵਣ ਦਾ ਤਾਂ ਲੰਕਾ ਨਾਲ ਕੋਈ ਸੰਬੰਧ ਹੀ ਨਹੀਂ।
ਲੰਕਾ ਦਾ ਰਾਜਾ ਤਾਂ ਰਾਵਣ ਹੋਇਆ ਹੈ, ਪਰ ਫਿਰ ਵੀ ਅਨਮਤੀਆਂ ਨੇ ਅਰਥ ਕਰਨ ਵੇਲੇ ਧੂਕੜੀਸ ਕਰਕੇ ਇਸ ਪ੍ਰਸੰਗ ਨੂੰ ਰਮਾਇਣ ਦੀ ਕਥਾ ਨਾਲ ਜੋੜ ਕੇ ਪੇਸ਼ ਕੀਤਾ ਹੈ। ਗੁਰਬਾਣੀ ਸੱਚੀ ਬਾਣੀ ਹੈ, ਪਰ ਰਮਾਇਣ ਦੀ ਕਥਾ ਅੱਜ ਸਾਰੇ ਸਮਝਦਾਰ ਲੋਕ ਮਿਥਿਹਾਸ ਹੀ ਮੰਨਦੇ ਹਨ। ਸੱਚੀ ਬਾਣੀ ਮਿਥਿਹਾਸ ਨੂੰ ਪ੍ਰਵਾਨ ਕਰ ਲਵੇ ਅਜਿਹਾ ਤਾਂ ਮੂਰਖ ਹੀ ਸੋਚ ਸਕਦੇ ਹਨ। ਇਹ ਹਰ ਕੀ ਕਥਾ ਅਕਥ ਕਥਾ ਹੈ, ਜਿਸ ਉੱਪਰ ਕੋਈ ਵੀ ਅੱਜ ਤੱਕ ਕਿੰਤੂ ਨਹੀਂ ਕਰ ਸਕਿਆ। ਭਾਵੇਂ ਇਹ ਸੁਣ ਲੈਣੀ ਤੇ ਝੱਲ ਲੈਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਫਰਮਾਨ ਹੈ, ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਮਨਮੁਖ ਤਾਂ ਝੂਠੀਆਂ ਸਾਖੀਆਂ ਨਾਲ ਜੁੜੇ ਹੋਏ ਖਾਮਖਾ ਸੱਚੀਆਂ ਗੱਲਾਂ ਨਾਲ ਝਗੜਾ ਖੜਾ ਕਰੀ ਰੱਖਦੇ ਹਨ। ਉਹਨਾਂ ਲਈ ਸੱਚ ਸੁਣਨਾ ਤਾਂ ਉਹਨਾਂ ਦਾ ਉੱਲੂ ਦਾ ਸੂਰਜ ਵੱਲ ਦੇਖਣ ਬਰਾਬਰ ਹੈ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਬਿਰਲੇ ਕਾਹੂ ਨੇਤਰੋਂ ਡੀਠੀ, ਗੋਹਜ ਕਥਾ ਇਹ ਗੁਰ ਤੇ ਜਾਣੀ। ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਸਾਰੀ ਗੁਰਬਾਣੀ ਹੀ ਇੱਕ ਅਕਥ ਕਥਾ ਹੈ, ਹਰ ਕੀ ਕਥਾ ਹੈ। ਜਿਵੇਂ ਲਿਖਿਆ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਭਾਵ ਭਗਤਾਂ ਤੇ ਗੁਰੂ ਸਾਹਿਬਾਨਾਂ ਨੇ ਇਹ ਹਰ ਦੀਆਂ ਕਥਾ ਕਹਾਣੀਆਂ ਆਪਣੇ ਪ੍ਰੇਮੀਆਂ ਨੂੰ ਸੁਣਾਈਆਂ ਹਨ। ਇਸ ਨਾਲ ਮਾਇਆਧਾਰੀ ਸਰੀਰਾਂ ਦਾ ਕੋਈ ਸੰਬੰਧ ਨਹੀਂ। ਹਰ ਕੀ ਕਥਾ ਤਾਂ ਨਿਰੋਲ ਨਿਰਾਕਾਰ ਪਰਮੇਸ਼ਰ ਦੀ ਕਥਾ ਨੂੰ ਕਿਹਾ ਗਿਆ ਹੈ। ਸੋ ਗੁਰ ਉਪਦੇਸ਼ ਦੇ ਰਾਹੀਂ ਗੁਰਮਤਿ ਦਾ ਗਿਆਨ ਹਿਰਦੇ ਵਿੱਚ ਜਾ ਕੇ ਜਦੋਂ ਮਨ ਨਾਲ ਜੂਝਿਆ ਤਾਂ ਇਸ ਮਨ ਨੂੰ ਇਸ ਗਿਆਨ ਨੇ ਕੁੱਟ-ਕੁੱਟ ਕੇ ਇਸ ਦਾ ਸੁਭਾਅ ਬਦਲ ਦਿੱਤਾ। ਜਿਵੇਂ ਕਬੀਰ ਜੀ ਕਹਿੰਦੇ ਹਨ, ਕੂਟਨ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੋ ਜਮਤੈ ਛੂਟੇ। ਰਾਮਚੰਦ ਮਾਰਿਆ ਇਹ ਰਾਵਣ ਦਾ ਵੀ ਅਰਥ ਮਨ ਨੂੰ ਕੁੱਟ ਕੇ ਉਸ ਦੀ ਮੈਲ ਉਤਾਰ ਦੇਣ ਵੱਲ ਸੰਕੇਤ ਹੈ। ਭੇਦ ਭਪੀਕਣ ਗੁਰਮੁਖ ਪਰਚਾਣ ਤੋਂ ਸਤਿਗੁਰ ਜੀ ਦਾ ਭਾਵ ਹੈ ਕਿ ਸਭ ਕੁਝ ਤਦ ਹੀ ਸੰਭਵ ਹੋ ਸਕਿਆ ਜਦ ਹਿਰਦੇ ਰੂਪੀ ਲੰਕਾ ਵਿੱਚ ਬੈਠੇ ਬੇਬਸ ਚਿੱਤ ਨਾਲ ਗੁਰਮੁਖ ਨੇ ਪਰਚਾ ਪਾ ਲਿਆ, ਜਿਸ ਦੇ ਸਿੱਟੇ ਵਜੋਂ ਗਿਆਨ ਰੂਪੀ ਰਾਮ ਨੂੰ ਲੰਕਾ ਦੇ ਅੰਦਰ ਦਾ ਸਾਰਾ ਭੇਦ, ਜਾਂ ਇਉਂ ਕਹਿ ਲਓ ਕਿ ਮਨ ਇਹ ਰਾਵਣ ਰਾਜੇ ਦੇ ਸਾਰੇ ਭੇਦ ਮਿਲ ਗਏ, ਜਿਸ ਕਰਕੇ ਘਰ ਦਾ ਭੇਤੀ ਲੰਕਾ ਢਾਏ ਵਾਲੀ ਅਖੌਤ ਸੱਚ ਹੋ ਗਈ। ਗੁਰਮੁਖੀ ਸਾਹਿਰ ਪਾਹਣ ਤਾਰੇ, ਗੁਰਮੁਖ ਕੋਟ 33 ਸੁਧਾਰੇ। ਸਤਿਗੁਰ ਜੀ ਜੋਗੀਆਂ ਨੂੰ ਉਪਦੇਸ਼ ਕਰਦੇ ਹੋਏ ਆਖਦੇ ਹਨ ਕਿ ਗੁਰਮੁਖੀ ਇਸ ਮਨ ਪੱਥਰ ਨੂੰ ਭਵ ਸਾਗਰ ਵਿੱਚ ਉਚਾਰਨ ਵਾਲਾ ਹੁੰਦਾ ਹੈ, ਜਿਹੜਾ ਮਨ ਨੂੰ ਆਪਣੇ ਅੰਦਰ ਖੋਜ ਕੇ ਨਾਮ ਨਿਧਾਨ ਪ੍ਰਾਪਤ ਕਰ ਲੈਣ ਦਾ ਉਪਦੇਸ਼ ਦਿੰਦਾ ਹੈ ਅਤੇ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਕੇ ਪਰਮੇਸ਼ਰ ਦੇ ਦਰਸ਼ਨ ਹੋਣ ਦਾ ਵਿਸ਼ਵਾਸ ਦਿਵਾਉਂਦਾ ਹੈ। ਫਰਮਾਨ ਹੈ, ਗੁਰਮੁਖ ਹੋਏ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰ ਪੂਰੇ ਵੇਖਾਲਿਆ ਪ੍ਰਭ ਆਤਮ ਰਾਮ ਪਛਾਣ। ਨਹੀਂ ਤਾਂ ਪੱਥਰਾਂ ਉੱਤੇ ਜੋ ਰਾਮ ਲਿਖ ਦੇਈਏ ਤਾਂ ਉਹਨਾਂ ਦਾ ਤਰ ਜਾਣਾ ਤਾਂ ਅਕਲਮੰਦਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਹੇ ਜੋਗੀ ਜਨ, 33 ਕਰੋੜ ਦੇਵਤੇ ਜੋ ਤੁਸੀਂ ਮੰਨਦੇ ਹੋ ਉਹ ਇੱਥੋਂ ਤੱਕ ਗੁਰਮੁਖ ਦੇ ਉਪਦੇਸ਼ ਨਾਲ ਹੀ ਪਹੁੰਚੇ ਹਨ, ਪਰ ਅਜੇ ਤੱਕ ਸੁਰਗ ਨਰਕ ਦੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲੇ। ਦੇਵਤਾ ਬਣਨਾ ਤਾਂ ਕੇਵਲ ਬੁਰਾਈ ਵੱਲ ਜਾਣ ਤੋਂ ਮਨ ਦਾ ਰੁਕ ਜਾਣਾ ਹੈ। ਜੀਵ ਅਤੇ ਪਰਮੇਸ਼ਰ ਦੇ ਵਿਚਕਾਰਲਾ ਫਾਸਲਾ ਭਰਮ ਤਾਂ ਗਿਆਨ ਪ੍ਰਾਪਤੀ ਨਾਲ ਹੀ ਦੂਰ ਹੋਣਾ ਹੈ। ਇਸ ਲਈ ਦੇਵਤੇ ਵੀ ਮਾਇਆ ਜਾਲ ਵਿੱਚ ਫਸੇ ਹੋਏ ਹਨ। ਫਰਮਾਨ ਹੈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਜਿਸ ਤੋਂ ਜ਼ਾਹਰ ਹੈ ਕਿ ਦੇਵਤੇ ਤਾਂ ਆਪ ਮਨੁੱਖਾ ਦੇਹੀ ਲਈ ਪਰਮੇਸ਼ਰ ਨੂੰ ਯਾਦ ਕਰਦੇ ਜਾਂ ਸਿਮਰਦੇ ਹਨ। ਮਨੁੱਖਾ ਦੇਹੀ ਪ੍ਰਾਪਤ ਕਰਕੇ ਹੀ ਜੀਵ ਆਤਮ ਆਪਣੇ ਗਿਆਨ ਨੂੰ ਪੂਰਾ ਕਰਕੇ ਪੂਰੇ ਪ੍ਰਭ ਵਿੱਚ ਲੀਨ ਹੋ ਸਕਦਾ ਹੈ। ਮਾਨਸ ਤੋਂ ਦੇਵਤਾ ਤਾਂ ਕੇਵਲ ਪੂਰੇ ਗੁਰੂ ਵਾਲਾ ਹੋਣ ਉਪਰੰਤ ਹੀ ਬਣ ਜਾਂਦਾ ਹੈ, ਜਿਸ ਤੋਂ ਬਾਅਦ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਸਮਝ ਕੇ ਗੁਰਮੁਖਤਾਈ ਪ੍ਰਾਪਤ ਕਰਨ ਉਪਰੰਤ ਜੀਵਨ ਮਨੋਰਥ ਦੀ ਸਿੱਧੀ ਜੀਵਨ ਮੁਕਤੀ ਮਿਲਦੀ ਹੈ। ਕਿਸੇ ਗੁਰਮੁਖ ਦੀ ਸੰਗਤ ਕਰਕੇ ਹੀ ਉਸਦੇ ਗਿਆਨ ਦੀ ਛੋਹ ਨਾਲ ਮਨ ਨੂੰ ਪਲਟ ਕੇ ਗੁਰਮੁਖ ਬਣਿਆ ਜਾਂਦਾ ਹੈ। 33 ਕਰੋੜ ਦੇਵਤੇ ਇਸੇ ਤਰ੍ਹਾਂ ਨਾਲ ਗੁਰਮੁਖ ਦੀ ਸੰਗਤ ਕਰਕੇ ਅੱਗੇ ਦੇ ਸਫ਼ਰ ਲਈ ਇਸੇ ਉਡੀਕ ਵਿੱਚ ਹਨ ਕਿ ਕਦ ਸਾਨੂੰ ਮਨੁੱਖਾ ਦੇਹੀ ਮਿਲੇ ਅਤੇ ਕਿਸੇ ਗੁਰਮੁਖ ਦੀ ਸੰਗਤ ਕਰਕੇ ਅਸੀਂ ਇਸ ਭਵ ਸਾਗਰ ਨੂੰ ਪਾਰ ਕਰੀਏ। ਗੁਰਮੁਖੀ ਚੁੱਕੇ ਆਵਣ ਜਾਣ, ਗੁਰਮੁਖ ਦਰਗਹਿ ਪਾਵੈ ਮਾਨ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਧ ਨ ਪਾਏ। ਸਤਿਗੁਰ ਜੀ ਜੋਗੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸ ਰਹੇ ਹਨ ਕਿ ਸੰਸਾਰ ਵਿੱਚ ਮੱਤਾਂ ਮਤਾਂਤਰਾਂ ਕਿਤਨੀਆਂ ਵੀ ਹੋਣ, ਪਰ ਇਸ ਗੁਰਮੁਖ ਦਾ ਧਾਰਨੀ ਕੇਵਲ ਗੁਰਮੁਖ ਹੀ ਆਵਾਗੁਣ ਤੋਂ ਛੁਟਕਾਰਾ ਪਾ ਸਕਦਾ ਹੈ। ਜਿਨ ਜਪਿਓ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਪਗ ਤਾਕੇ, ਉਤਮ ਸੰਗਤ ਗਤਮਿਤ ਉਤਮ, ਜਗ ਭਵਜਲ ਪਾਰ ਤਰਾਇਆ। ਗੁਰਮੁਖ ਸੋਏ ਜੇ ਹਰਿ ਜੀਉ ਭਾਇਆ, ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ। ਉਪਰੋਕਤ
ਪੰਕਤੀਆਂ ਤੋਂ ਇਹੀ ਸਿੱਧ ਹੁੰਦਾ ਕਿ ਜਿਨ੍ਹਾਂ ਨੇ ਗੁਰੂ ਦੀ ਮੱਤ ਅਨੁਸਾਰ ਹੀ ਜਪਿਆ ਹੈ ਉਹਨਾਂ ਦੇ ਅੰਦਰ ਸਤਿਗੁਰ ਪਰਮੇਸ਼ਰ ਦੀ ਮੱਤ ਪ੍ਰਗਟ ਹੋ ਜਾਂਦੀ ਹੈ। ਫਿਰ ਜੰਮਕਾਲ ਤਾਂ ਉਹਨਾਂ ਦੇ ਚਰਨਾਂ ਦਾ ਦਾਸ ਬਣ ਕੇ ਰਹਿੰਦਾ ਹੈ। ਐਸੇ ਗੁਰਮੁਖ ਹੀ ਪਰਮੇਸ਼ਰ ਨੂੰ ਭਾਉਂਦੇ ਹਨ, ਪਿਆਰੇ ਲੱਗਦੇ ਹਨ। ਫਿਰ ਉਹਨਾਂ ਨੂੰ ਕੌਣ ਮਾਰ ਸਕਦਾ ਹੈ? ਜਿਹੜੇ ਪਰਮੇਸ਼ਰ ਦੇ ਹਿਰਦੇ ਵਿੱਚ ਵਸ ਗਏ, ਜਿਨ੍ਹਾਂ ਦਾ ਪਹਿਰੇਦਾਰ ਰਖਵਾਲਾ ਪਰਮੇਸ਼ਰ ਆਪ ਹੈ। ਦੂਸਰਾ ਜਨਮ ਤਾਂ ਉਸੇ ਦਾ ਹੁੰਦਾ ਹੈ ਜਿਹੜਾ ਮਰ ਜਾਵੇ। ਸੋ ਗੁਰਮੁਖਾਂ ਦਾ ਦੂਸਰਾ ਜਨਮ ਨਹੀਂ ਹੋਇਆ ਕਰਦਾ, ਉਹਨਾਂ ਦਾ ਆਵਣ ਜਾਣਾ ਹੀ ਮੁੱਕ ਗਿਆ ਹੁੰਦਾ ਹੈ। ਫਿਰ ਆਉਣ ਦਾ ਸਵਾਲ ਤਾਂ ਉਸੇ ਨਾਲ ਜੁੜ ਸਕਦਾ ਹੈ ਜਿਹੜਾ ਕਿਤੇ ਗਿਆ ਹੋਵੇ। ਗੁਰਮੁਖ ਤਾਂ ਸਦਾ ਲਈ ਦਰਗੇ ਵਿੱਚ ਮਾਣ ਪ੍ਰਾਪਤ ਕਰ ਜਾਂਦੇ ਹਨ। ਉਹਨਾਂ ਦਾ ਤਾਂ ਗੁਰਮੁਖ ਆਵਣ ਜਾਣ ਰਾਹੀਂ ਉਹਨਾਂ ਦਾ ਤਾਂ ਆਉਣ ਜਾਣ ਤੋਂ ਬਾਹਰ ਨਿਕਲ ਜਾਂਦੇ ਹਨ, ਕਿਉਂਕਿ ਉਹ ਮਹਾਬਲੀ ਕਾਲ ਨੂੰ ਜਿੱਤ ਚੁੱਕੇ ਹੁੰਦੇ ਹਨ। ਇੱਥੇ ਸਤਿਗੁਰ ਜੀ ਗੁਰਮੁਖ ਨੂੰ ਖੋਟੇ ਖਰੇ ਦੀ ਪਛਾਣ ਕਰਨ ਵਾਲਾ ਜੌਹਰੀ ਆ ਕੇ ਸਨਮਾਨਦੇ ਹਨ। ਭਗਤ ਕਬੀਰ ਜੀ ਅਨੁਸਾਰ ਹਰ ਹੀਰਾ ਜਨ ਜੌਹਰੀ ਹੁੰਦਾ ਹੈ। ਤਤ ਗਿਆਨ ਨੂੰ ਗੁਰਬਾਣੀ ਵਿੱਚ ਰਤਨ ਮੰਨਿਆ ਹੈ। ਹਰ ਹੀਰਾ ਰਤਨ ਹੈ, ਜਿਸ ਦੀ ਆਪਣੀ ਰੌਸ਼ਨੀ ਹੁੰਦੀ ਹੈ। ਰੌਸ਼ਨੀ ਹਰ ਇੱਕ ਗਿਆਨ ਵਿੱਚ ਹੁੰਦੀ ਹੈ। ਫਿਰ ਵੀ ਗਿਆਨ ਜੋਤ ਦੀ ਸ਼ਕਤੀ, ਉਸ ਵਿਚਲਾ ਚਾਨਣ ਇੱਕੋ ਜਿਹਾ ਨਹੀਂ ਹੋਇਆ ਕਰਦਾ। ਹੁਣ ਇਹਨਾਂ ਗਿਆਨ ਰਤਨਾਂ ਦੀ ਪਛਾਣ ਕਰਨ ਵਾਲਾ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿੱਚ ਕੇਵਲ ਗੁਰਮੁਖ ਹੀ ਹੈ, ਕਿਉਂਕਿ ਗੁਰਮੁਖ ਦੀ ਆਪਣੀ ਰੌਸ਼ਨੀ ਦਾ ਸਿੱਧਾ ਕਨੈਕਸ਼ਨ ਮੇਨ ਪਾਵਰ ਹਾਊਸ ਪਰਮੇਸ਼ਰ ਨਾਲ ਜੁੜਿਆ ਹੋਇਆ ਹੁੰਦਾ ਹੈ। ਇਸੇ ਲਈ ਆਪ ਤੋਂ ਥੱਲੇ ਦੇ ਅਤੇ ਆਪਣੇ ਵਰਗੇ ਦੇ ਗਿਆਨ ਦੀ ਪਰਖ ਕਰ ਲੈਣ ਦਾ ਸਮਰੱਥ ਹੁੰਦਾ ਹੈ। ਬਾਣੀ ਜਪਜੀ ਵਿੱਚ ਵੀ ਇਸੇ ਤੱਥ ਨੂੰ ਸਤਿਗੁਰ ਜੀ ਨੇ ਹੋਰ ਜ਼ਿਆਦਾ ਗਹਿਰਾਈ ਨਾਲ ਸਮਝਾਇਆ ਹੈ। ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਪੌੜੀ ਵਿੱਚ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਪਰਮੇਸ਼ਰ ਨੇ ਰਾਤਾਂ ਰੁੱਤਾਂ ਥਿੱਤਾਂ ਵਾਰ ਬਣਾ ਕੇ ਰਚਨਾ ਪੌਣ ਪਾਣੀ ਅਗਨੀ ਦੁਆਰਾ ਰਚ ਕੇ ਉਸ ਰਚਨਾ ਵਿੱਚ ਜੀਵ ਲਈ ਦੇਹ ਧਰਤ ਧਰਮਸਾਲ ਬਣਾਈ ਹੈ। ਪਰਮੇਸ਼ਰ ਦੇ ਹੁਕਮ ਵਿੱਚ ਰਹਿਣ ਦਾ, ਉਸ ਵਿੱਚ ਰਹਿ ਕੇ ਧਰਮ ਕਮਾਉਣਾ ਜੀਵ ਦੇ ਜ਼ਿੰਮੇ ਹੈ। ਇਹਨਾਂ ਦੇਹੀਆਂ ਵਿੱਚ ਅਨੇਕ ਪ੍ਰਕਾਰਾਂ ਦੇ ਰੰਗਾਂ ਰੂਪਾਂ ਵਾਲੇ ਜੀਵ ਹਨ। ਉਹਨਾਂ ਜੀਵਾਂ ਦੇ ਮਰਨ ਉਪਰੰਤ ਹੀ ਵਿਚਾਰ ਦਰਗੇ ਵਿੱਚ ਹੁੰਦੀ ਹੈ, ਜਾਂ ਇਉਂ ਕਹਿ ਲਓ ਕਿ ਉਹਨਾਂ ਦੇ ਭਵਿੱਖ ਬਾਰੇ ਦਰਗਾਹ ਵਿੱਚ ਪਰਲੋਕ ਵਿੱਚ ਵਿਚਾਰ ਹੋਇਆ ਕਰਦੀ ਹੈ। ਜਿਹੜੇ ਕਰਮ ਫਿਲਾਸਫੀ ਵਿੱਚ ਵਿਸ਼ਵਾਸ ਰੱਖਦੇ ਹਨ, ਜਿਹੜੇ ਪੁੰਨ ਪਾਪ ਦੀ ਵਿਚਾਰਧਾਰਾ ਵਾਲੇ ਕਰਮਕਾਂਡੀ ਹੋਣ, ਹੁਕਮੀ ਤਾਂ ਆਪਣਾ ਲੇਖਾ ਇੱਥੇ ਹੀ ਪਾੜ ਕੇ ਨਸ਼ਟ ਕਰਦੇ ਹਨ। ਇਸੇ ਲਈ ਵਿਚਾਰ ਦੀ ਲੋੜ, ਲੇਖਾ ਵਾਚਣ ਦੀ ਲੋੜ ਉਹਨਾਂ ਵਿਅਕਤੀਆਂ ਲਈ ਹੁੰਦੀ ਹੈ ਜਿਨ੍ਹਾਂ ਦੀ ਮੱਤ ਰੂਪੀ ਫੱਟੀ ਤੇ ਲੇਖਾ ਉਹਨਾਂ ਦੇ ਆਪਣੇ ਵੱਲੋਂ ਹੀ ਲਿਖਿਆ ਹੋਇਆ ਹੁੰਦਾ ਹੈ। ਲੇਖੇ ਉੱਪਰ ਹੁਕਮ ਹੋਵੇ ਲੇਹੋ ਵਸਤ ਸਮਾਲ, ਕਿ ਜੋ ਉਹਨਾਂ ਨੇ ਲਿਖਿਆ ਹੋਇਆ ਹੁੰਦਾ ਹੈ, ਜੋ ਉਹਨਾਂ ਨੇ ਮੰਨਿਆ ਹੁੰਦਾ, ਉਹਦੇ ਅਨੁਸਾਰ ਉਹਨਾਂ ਦਾ ਅਗਲਾ ਜਨਮ ਹੁੰਦਾ ਹੈ। ਨਹੀਂ ਤਾਂ ਉਹ ਸੱਚੇ ਦਰਬਾਰ ਵਿੱਚ ਵਸਣ ਵਾਲੇ ਸਾਰੇ ਦਰਬਾਰੀ ਗੁਰਮੁਖ ਪੰਚ ਸੱਚੇ ਦਾ ਰੂਪ ਹੀ ਹੁੰਦੇ ਹਨ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੀ ਛੋਹ ਨਾਲ ਸੰਸਾਰੀ ਜੀਵਾਂ ਦਾ ਕਲਿਆਣ ਹੁੰਦਾ ਹੈ। ਬਾਕੀ ਕੱਚ ਪੱਕ ਜੀਵਾਂ ਦਾ ਅੱਗੇ ਦਰਗਾਹ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ। ਇਸ ਸੰਸਾਰ ਵਿੱਚ ਤਾਂ ਕੋਈ ਆਪਣੇ ਆਪ ਨੂੰ ਘੱਟ ਕਹਾਉਣ ਦੀ ਗਲਤੀ ਨਹੀਂ ਕਰਦਾ। ਗੁਰਮੁਖਾਂ ਦਾ ਧਿਆਨ ਅੰਤਰਮੁਖੀ ਹੋ ਕੇ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਹੈ। ਇਸ ਲਈ ਗੁਰਮੁਖ ਆਪਣੇ ਹਿਰਦੇ ਰੂਪੀ ਦਰਗਾਹ ਵਿੱਚ ਪਰਮੇਸ਼ਰ ਦੀ ਸਿਫਤ ਕਰਦਾ ਉਸੇ ਵਿੱਚ ਸਮਾ ਜਾਂਦਾ ਹੈ। ਬੰਧਨ ਤਾਂ ਬਾਹਰ ਮਾਇਆ ਵਿੱਚ ਬਾਹਰਮੁਖੀ ਹੋਣ ਕਰਕੇ, ਭਾਵ ਸੁਰਤ ਦਾ ਮਾਇਆ ਵਿੱਚ ਭਟਕ ਜਾਣ ਕਰਕੇ ਪੈ ਸਕਦੇ ਹਨ, ਪਰ ਗੁਰਮੁਖ ਨੇ ਆਪਣੇ ਹਿਰਦੇ ਵਿੱਚੋਂ ਮਾਇਆ ਦੇ ਸਾਰੇ ਕਨੈਕਸ਼ਨ ਕੱਟ ਦਿੱਤੇ ਹੁੰਦੇ ਹਨ। ਉਸਦੇ ਹਿਰਦੇ ਅੰਦਰ ਮਾਇਆ ਕਿਸੇ ਰੂਪ ਵਿੱਚ ਮੌਜੂਦ ਨਹੀਂ ਹੁੰਦੀ। ਹੁਣ ਗੁਰਮੁਖ ਦੀ ਸੁਰਤ ਬਾਹਰਮੁਖੀ ਹੁੰਦੀ ਹੀ ਨਹੀਂ, ਇਸ ਲਈ ਉਸਨੂੰ ਮਾਇਆ ਬੰਧਨ ਕਿਵੇਂ ਪੈ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।